ਇੱਥੇ ਵੀ ਪਹੁੰਚੇ, ਇੱਥੇ ਵੀ ਪਹੁੰਚੇ ਤੇ ਗਏ ਤੇ ਅਸੀਂ ਗੁਰੂ ਦੇ ਭਾਣੇ ਨੂੰ ਸੀ। ਨਾ ਸਾਡਾ ਉਹ ਜਥੇਬੰਦੀ ਨਾ ਕੋਈ ਸੰਬੰਧ ਸੀ, ਨਾ ਸਾਡਾ ਤੇ ਇਹਦੇ ਨਾਲ ਹੀ ਇੱਕ ਨਾ ਸੰਬੰਧ ਹੈ। ਇਹਦੇ ਨਾਲ ਸੰਬੰਧ ਕਰਕੇ ਆਪ ਜੀ ਸਭਨਾ ਨਾਲ ਸੰਬੰਧ ਹੈ। ਤੇ ਹੋਇਆ ਕਿ ਉਹਨਾਂ ਨੇ ਜਦੋਂ ਪਰਚਾ ਹੋਇਆ ਨਾ, ਕੇਸ ਹੋਇਆ ਰਜਿਸਟਰਡ, ਤੇ ਉਹ ਜਿਹੜੇ ਮੇਨ ਬੰਦੇ ਸੀ 15-20 ਜਾਣੇ ਜਿਨ੍ਹਾਂ ਤੇ ਦੇਸ਼ ਧਰੋਹੀ ਦਾ ਪਰਚਾ ਲਾਇਆ, ਉਹ ਸਾਡੇ ਵੀ ਨਾਂ ਵਿੱਚ ਲਿਖ ਦਿੱਤਾ। ਤੇ ਸਾਨੂੰ ਥੋੜ੍ਹੇ ਦਿਨ ਬਾਅਦ ਜਿਹੜਾ ਹੈ ਉਹ ਪੁਲਿਸ ਵਾਲੇ ਆ ਗਏ। ਅਸੀਂ ਰੋਜ਼ ਦਸਤਾਰ ਸਜਾ ਲੈਣੀ, ਬਹਿ ਜਾਣਾ ਵੀ ਅੱਜ ਵਰਦੀ ਪਾ ਕੇ ਆਊਗਾ ਲੈਣ, ਕੋਈ ਗੱਲ ਨਹੀਂ ਜਾਣਾ। ਸਾਡੀ ਸਿੰਘਣੀ ਨੇ ਕਹਿਣਾ ਅੱਗੇ ਲੇਟ ਵੀ ਹੋ ਜਾਂਦੇ, ਹੁਣ ਦਸਤਾਰ ਸਜਾ ਕੇ ਬੜਾ ਬਹਿੰਦੇ, ਗੱਲ ਕੀ ਹੈ? ਹੁਣ ਉਹਨੂੰ ਤਾਂ ਅਸੀਂ ਦੱਸੀਏ ਨਾ ਵੀ ਕਿਉਂ ਬਹਿੰਦੇ। ਇੱਕ ਦਿਨ ਫਿਰ ਉਹ ਵਰਦੀ ਪਾ ਕੇ ਆਇਆ ਤੇ ਜਦੋਂ ਆ ਕੇ ਘਰ ਬੈਠਾ ਨਾ, ਤੇ ਸਿੰਘਣੀ ਥੋੜ੍ਹੀ ਜਿਹੀ ਘਬਰਾ ਗਈ ਤੇ ਉਹਨੇ ਚਾਹ ਵੀ ਨਾ ਐਵੇਂ ਹੀ ਉਹਦੇ ਮੱਥੇ ਹੀ ਮਾਰੀ ਪੁਲਿਸ ਵਾਲਿਆਂ ਦੇ, ਵੀ ਆ ਲੈ ਫੜੋ, ਡੱਫੋ ਤੇ ਜਾਓ। ਤੇ ਅਸੀਂ ਉਹਨੂੰ ਹੱਸ ਕੇ ਕਿਹਾ ਥਾਣੇਦਾਰ ਨੂੰ ਕਿ ਤੇਰੇ ਕਰਮ ਬੜੇ ਮਾੜੇ ਲੱਗਦੇ ਹਨ। ਸਾਨੂੰ ਕਹਿਣ ਲੱਗਾ ਕਿਉਂ ਬਾਬਾ ਜੀ? ਅਸੀਂ ਕਿਹਾ ਇਹ ਘਰ ਚੋਂ ਪਾਣੀ ਦਾ ਘੁੱਟ ਵੀ ਕਦੀ ਕਿਸੇ ਨੂੰ ਨਾਮ ਤੋਂ ਬਿਨਾਂ ਨਹੀਂ ਪਿਆਇਆ ਜਾਂਦਾ। ਇਹ ਘਰ 'ਚ ਪਾਣੀ ਦਾ ਘੁੱਟ ਵੀ ਪਿਆਉਣਾ ਹੋਵੇ ਨਾ ਤੇ ਕਈ ਦਾ ਤਾਂ ਉਹ ਸਿੰਘਣੀ ਦੀ ਸੁਭਾਅ ਹੈ, ਉਹਨੇ ਕਹਿਣਾ ਧੰਨ ਗੁਰੂ ਅਮਰਦਾਸ ਜੀ ਮੈਂ ਜਲ ਲੈ ਕੇ ਆਉਣੀ, ਬੜੀ ਰੀਝ ਨਾਲ। ਤੇ ਕਿਹਾ ਪਹਿਲੀ ਵਾਰ ਹੀ ਦੇਖਿਆ ਏ ਕਿ ਇਸ ਘਰ ਦੇ ਵਿੱਚ ਕੋਈ ਨਾਮ ਨਹੀਂ, ਗਲੋਂ ਗਲਾਵਾਂ ਲਾ ਕੇ ਸੜੀ ਜੀ ਚਾਹ ਤੇਰੇ ਮੱਥੇ ਮਾਰੀ ਏ, ਤੇਰੇ ਕਰਮ ਬੜੇ ਮਾੜੇ ਲੱਗਦੇ। ਤੇ ਠਾਹ ਨੂੰ ਮੂੰਹ ਕਰਕੇ ਕਹਿਣ ਲੱਗਾ ਕਿ ਬਾਬਾ ਜੀ ਗੱਲ ਤੇ ਇੱਦਾਂ ਹੀ ਹੈ। ਅਸੀਂ ਉਹਨੂੰ ਕਿਹਾ ਕਿ ਸਾਨੂੰ ਗਾਂ ਜੇਲ੍ਹ ਛੱਡ ਕੇ ਆਉਣਾ ਕਿ ਮੋੜ ਆਉਣਾ, ਹੀ ਉਸ ਹਿਸਾਬ ਨਾਲ ਆਪਣਾ ਬੰਦੋਬਸਤ ਕਰੀਏ। ਤੈਨੂੰ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ, ਮੈਨੂੰ ਤੇ ਉੱਤੋਂ ਹੁਕਮ ਹੈ, ਮੈਂ ਆ ਗਿਆ, ਪਰ ਮੈਂ ਤੁਹਾਨੂੰ ਆਪਣੀ ਗੱਡੀ 'ਚ ਨਹੀਂ ਖੜਨਾ, ਤੁਸੀਂ ਆਪਣੀ ਗੱਡੀ 'ਚ ਜਾਓ। ਮੈਂ ਚੋਰਾਂ ਚਾਰਾਂ ਦੇ ਮਗਰ ਤੇ ਬੜੀਆਂ ਪਾਇਲਟ ਲਾਈਆਂ ਅਗਲੇ ਪਾਸੇ, ਅੱਜ ਮੈਂ ਤੁਹਾਡੇ ਗਾੜੀ ਪਾਇਲਟ ਲਾ ਕੇ ਜਾਣਾ। ਤੇ ਸਾਨੂੰ ਪਤਾ ਲੱਗ ਗਿਆ ਖਸਮ ਬੌੜ ਆਇਆ, ਇਹਨੇ ਸਾਨੂੰ ਅੰਦਰ ਕਿੱਥੇ ਖੜਨਾ ਹੁਣ। ਅਸੀਂ ਚਲੇ ਗਏ ਉੱਥੇ SSP IG ਉਹਨਾਂ ਸਾਰਿਆਂ ਕੋ ਬੈਠੇ ਹੋ ਇੱਦਾਂ ਹੀ, ਅਸੀਂ ਇੱਦਾਂ ਹੀ ਸ਼ਸਤਰ ਇੱਥੇ ਤੇ ਆਹ ਦੇਸ਼ਾਂ ਜਹਾਜ਼ਾਂ ਦਾ ਰੌਲਾ ਏ, ਤੇ ਨਹੀਂ ਤੇ ਇੱਕ ਸਤਿਗੁਰੂ ਨੇ ਸ਼ਸਤਰ ਬਖਸ਼ਿਆ ਏ। ਆਪ ਜੀ ਨੂੰ ਇੱਕ ਬਾਤ ਵਿੱਚ ਆ ਗਈ, ਸਾਨੂੰ ਚੇਤਾ ਕਰਾ ਦਿਓ ਕਿੱਥੇ ਹਾਂ। ਹਰ ਸਿੱਖ ਕੋ ਇੱਕ ਸ਼ਸਤਰ ਚਾਹੀਦਾ ਹੈ, ਸ਼੍ਰੀ ਸਾਹਿਬ ਚਾਹੀਦਾ ਹੈ। ਇਹ ਨਹੀਂ ਵੀ ਐਵੇਂ ਤੇ ਸ਼ਸਤਰ ਗੁਰੂ ਪਿਤਾ ਕੋ ਮੰਗਿਆ ਕਰੋ, ਸੋਹਣਾ ਸ਼ਸਤਰ, ਇਹੋ ਜਿਹਾ ਸ਼ਸਤਰ ਜਿਹਨੂੰ ਚਲਾ ਕੇ ਵੇਖੋ, ਅਭਿਆਸ ਕਰਕੇ ਵੇਖੋ, ਇੰਨਾ ਫਿਰ ਗਹਿਰਾ ਪ੍ਰੇਮ ਰੱਖੋ ਉਹਦੇ ਨਾਲ ਕਿ ਉਹ ਤੁਹਾਡਾ ਹਿੱਸਾ ਬਣੇ। ਇਹ ਨਹੀਂ ਕਿ ਬਸ ਨਿੱਕਾ ਜਿਹਾ ਸ਼੍ਰੀ ਸਾਹਿਬ ਪਾ ਲਿਆ ਤੇ ਬਾਅਦ 'ਚ ਹੌਲੀ 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 ਉਹ ਐਡਾ ਕੀ ਰਹਿ ਗਿਆ, ਤੇ ਬਾਅਦ 'ਚ ਕਿਤੇ ਉਹ ਬੰਦੇ ਦੇ ਤੇ ਕੀ ਮਾਰਨਾ, ਕਿਤੇ ਭਿੰਡੀਆਂ ਕੱਟਣੀਆਂ ਪੈਣ ਤੇ ਉਹ ਨਹੀਂ ਕੱਟੀਆਂ ਜਾਣੀਆਂ ਉਹਦੇ ਨਾਲ। ਇੱਕ ਸ਼ਸਤਰ ਹਮੇਸ਼ਾ ਆਪਣੇ ਨਾਲ ਰੱਖਣਾ, ਇੱਕ ਸ਼ਸਤਰ ਜਿਹੜਾ ਏ ਉਹਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ। ਅਸੀਂ ਇੱਥੇ ਆਏ ਆ ਨਾ ਤੇ ਸਿਰਫ ਤੁਹਾਡੇ ਪ੍ਰੇਮ ਖਾਤਰ, ਤੁਹਾਡੀ ਸੇਵਾ ਖਾਤਰ, ਕਿਉਂਕਿ ਜਦੋਂ ਤੁਰੇ ਸੀ ਨਾ ਤੇ ਸਤਿਗੁਰੂ ਨੇ ਇੱਕ ਬਾਤ ਸਮਝਾਈ ਸੀ ਕਿ ਇਹਨਾਂ ਚੋਂ ਜੀ ਤੇਰਾ ਸਤਿਕਾਰ ਕਰਨਗੇ, ਤੇਰੇ ਨਾਲ ਪ੍ਰੇਮ ਕਰਨਗੇ, ਤੈਨੂੰ ਉੱਚੇ ਥਾਂ ਬਿਠਾਉਣਗੇ, ਪਰ ਤੂੰ ਇੱਕ ਗੱਲ ਯਾਦ ਰੱਖੀ, ਤੂੰ ਇਹਨਾਂ ਦਾ ਸੇਵਾਦਾਰ ਹੈ। ਇਹ ਤੈਨੂੰ ਭਾਵੇਂ ਉੱਚੀ ਜਗ੍ਹਾ ਤੇ ਬਿਠਾਉਣ ਪਰ ਤੂੰ ਇਹਨਾਂ ਤੋਂ ਨੀਵਾਂ ਬਣ ਕੇ ਰਹਿਣਾ ਹੈ। ਇਹ ਪਿਆਰੇ ਨੇ ਬਾਤ ਸਮਝਾਈ ਸੀ ਤੇ ਉਸ ਦੇ ਹੁਕਮ ਨਾਲ ਤੇ ਤੁਹਾਡੀ ਸੇਵਾ ਚਾਹ ਤੇ ਗਏ, ਪਰ ਅਸੀਂ ਬਹੁਤ ਯਾਦ ਕਰਦੇ ਕਿ ਸ਼ਸਤਰ ਉੱਥੇ ਰਹਿ ਗਿਆ। ਅਜੇ ਅਮਰੀਕਾ ਨੂੰ ਜਾਈਏ ਨਾ ਤੇ ਉੱਥੇ ਵੱਡੇ ਟੈਚੀ 'ਚ ਨਾਲ ਲੈ ਜਾਈਦਾ। ਇਹਨਾਂ ਦੇਸ਼ਾਂ 'ਚ ਇੱਕ ਰਾਂ ਡਬਈ ਵਾਲਿਆਂ ਨੇ ਸਾਡੇ ਕੁਝ ਸ਼ਸਤਰ ਹੀ ਰੱਖ ਲਏ। ਇਹ ਅਰਬੀ, ਕਿਉਂਕਿ ਸ਼ਸਤਰਾਂ ਦੇ ਵੀ ਬੜੇ ਸ਼ੌਕੀਨ ਹੁੰਦੇ, ਕਹਿੰਦੇ ਨਹੀਂ ਜਾਣ ਹੀ ਨਹੀਂ ਦੇਣਾ। ਅਸੀਂ ਕਿਹਾ ਵਾਪਸ ਅਸੀਂ ਕੋਰੀਅਰ ਕਰ ਦਿੰਦੇ, ਕਹਿੰਦੇ ਨਾ ਇਹ ਜ਼ਬਤ ਹੋ ਗਏ ਹੁਣ ਬਸ। ਤੇ ਸ਼ਸਤਰ ਮਹਿੰਗੇ ਬੜੇ, ਲੱਖ ਸਵਾ ਲੱਖ ਦੀਆਂ ਸ਼੍ਰੀ ਸਾਹਿਬਾਂ ਹੀ। ਤੇ ਉਹ ਦਿਨ ਤੋਂ ਬਾਅਦ ਜਦੋਂ ਇਹਨਾਂ ਅਰਬ ਕੰਟਰੀਆਂ ਨੂੰ ਆਉਂਦੇ ਆ ਤੇ ਬੜੀ ਪੀੜਾ ਬਣਦੀ ਹੈ। ਪੀੜਾ ਤੇ ਉੱਥੋਂ ਹੀ ਸ਼ੁਰੂ ਹੋ ਜਾਂਦੀ ਜਦੋਂ ਸ਼ਸਤਰ ਲਾਉਣਾ ਪੈਂਦਾ। ਪਰ ਹੁਣ ਤੁਸੀਂ ਇੱਧਰ ਆ ਗਏ ਹੋ, ਲੋਭ ਖਾਤਰ ਦੌੜ ਲਾਈ ਜਿਹੜੀ ਇੱਕ ਦੂਜੇ ਨਾਲ। ਰੋਟੀ ਤੋਂ ਭੁੱਖੇ ਤੇ ਨਹੀਂ ਆਏ, ਰੋਟੀ ਤੇ ਰੱਬ ਦਿੰਦਾ ਸੀ। ਰੋਟੀ ਤੇ ਜਿਹੜੇ ਆਪ ਜੀ ਦੇ ਖੇਤਾਂ 'ਚ ਬਈਏ ਕੰਮ ਕਰਦੇ ਉਹਨਾਂ ਨੂੰ ਵੀ ਮਿਲਦੀ ਹੈ, ਪਰ ਜਿਹੜੀ ਗਵਾਂਢੀ ਨਾਲ ਦੌੜ ਲਾਈ ਹੈ ਨਾ, ਇਹਦਾ ਮੁੰਡਾ ਕੌਨਵੈਂਟ ਸਕੂਲੇ ਤੇ ਮੇਰਾ ਸਰਕਾਰੀ ਕਿਉਂ? ਉਹ ਭਾਵੇਂ ਕੌਨਵੈਂਟ ਵਾਲੇ ਦੋਵੇਂ ਕੱਖ ਨਾ ਬਣਨ ਤੇ ਸਰਕਾਰੀ ਵਾਲਾ IAS ਬਣ ਕੇ ਤੁਰਿਆ ਫਿਰੇ। ਵੀ ਜੇ ਗਵਾਂਢਣ ਦੇ ਸੂਟ 4 ਨੇ ਤੇ ਬੀਬੀਆਂ ਕਹਿੰਦੀਆਂ ਮੇਰੀ ਅਲਮਾਰੀ 'ਚ ਤੇ 8 ਚਾਹੀਦੇ, ਚਵਾਂ ਨਾ ਕਿੱਦਾਂ ਸਰੇਗਾ। ਜਿਉਂ-ਜਿਉਂ ਅਸੀਂ ਇਹ ਖੇਡਾਂ ਦੀ ਦੌੜ ਲਾਈ ਹੈ ਨਾ ਇੱਕ ਦੂਜੇ ਨਾਲ, ਇਹ ਦੌੜ ਸਾਨੂੰ ਦੜਾ ਰਹੀ ਹੈ ਕਈਆਂ ਦੇਸ਼ਾਂ 'ਚ।
एक शस्त्र रखिया करो, एक पोथी साहब गुटका साहब नितनेम दा बेअंत बाणियां दा वो भी कोल रखिया करो, वो भी इक्को ही। आ जड़े ये नहीं कि फोन तो बाणी पढ़ लई, ठीक है कदी लोड़ पई तो पढ़ लई, नहीं साधन है हथ सुचे करन नहीं जगह किते गड्डी च जांदे हो नहीं कोल। गुटका साहब तो साडे नाल जिन्ने सिंह ने इन्हां नूं इक्को कहीदा, एक शस्त्र एक पोथी हमेशा इक्को ही, सारी उम्र उस इक्को दी संभाल करनी, इक्को नूं अपना अंग संग बनाउणा। उहदी पता वजह की है? तुहानूं एक रमज दी बात बानी, ये प्रीतम दियां बड़ियां आश्चर्य बातां ने। इन्ने खसम ने सानू कहा सी ये बात, ओह ही तुहानूं दस रहे हैं। असीं पुछ लिया इदां की होएगा, एक पोथी रखण नाल की होएगा? असीं सवाल बहुत करते रहे ये नाल, ते सतगुरु ने कहा सी तू कर फिर पता लगेगा समा आउण ते। असीं करदे गए, हैरान होए। वो जदों इक्को पोथी तो असीं जाप करदे ना, रोज़ सुखमनी साहब करदे, जपजी साहब करदे, जाप साहब करदे, ते कन्नां नाल ते सुनी जाने, अखां नाल दर्शन करी जाने, ते हैरान होने जिहड़ा गुटका साहब हत्थां 'च हुंदा वो इत्थे छप जांदा। जिहड़ा ऐस अंग ते पंक्ति मुक रही है, शब्द मुक रहा है, वो इत्थे भी पेज थल के अगले उत्थे ही शुरू हुंदा। ते आ सुध दे विच गुरु महाराज दी पोथी साहब छप गई। अज भी असीं अखां बंद करके सुखमनी साहब शुरू करांगे ना, ते उसे ढंग दी पोथी साहब इत्थे सुरत 'च, ते भुल ही नहीं सकदा कारज। ते की फूना तो हुंदा? फूना तो नहीं जे हुंदा। जे जुदा जुदा पोथियां, वो पोथी फड़ ली उत्थों, फड़ ली उत्थों, गुरु घर रखियां ने कि किहड़ी बात है, वो भी नहीं जे हुंदा कारज। इस करके एक शस्त्र एक पोथी ये अपनी पक्की। जदों साधुआं को गुरसिखां को रमज पता लगी सी ना, तो उन्होंने एक बैग सवाया सी कपड़े दा बस्तर दा बड़ा सोहना, ते ओहदे विच पोथी साहब रखदे सी, ते उहनूं कहिंदे सी खजाना है। अहीं किन्नू कहने खजाना? अहीं पैसे जिहदे च पाउने उहनूं खजाना कहने। वो पोथी साहब पाउंदे ही ते कहंदे खजाना है। ते खजाना जरूर रखिया करो। पोथी साहब इक्को ही, भावें घर रख लो सांभ के, जदों पाठ करना उहदे तो करना। ते जे नहीं समझ आउंदी, ये प्रैक्टिकल करके देख लियो। जे इत्थे सुरत च पोथी नहीं छपेगी ते सानू आके फड़ लियो, जो सजा दोगे ही लैण नूं तैयार। ये बड़ियां रमजां प्रीत दियां ने, इन्हां नूं धारण करियो। वापस आइए, सतगुरु ने जुदा जुदा पोथियां लिखियां। गुरु ग्रंथ साहब जी की रचना कर दी, पर दसम ग्रंथ नूं नहीं कीता। दसम ग्रंथ नहीं बनाया, ये अलग अलग पोथियां ही रहियां। जाप साहब की अलग पोथी, अकाल उस्तत साहब की अलग पोथी, बचित्र नाटक की अलग पोथी, सब अलग अलग ही रहियां। ये इकट्ठियां नहीं सी। जे किते असीं ये इकट्ठियां ना करदे ते अज विवाद भी खड़ा नहीं सी होना। पर पहला गलती असीं उन्हां सिखां दी सी, किरती सिखां दी, ਜਿਹੜੇ जंगलां 'ਚ ਰਹਿੰਦੇ ਸੀ ਸਰਬੱਤ ਖਾਲਸਾ वाले, उन्हां दी नहीं। ਜਿਹੜੇ किरती सिंह ही जिन्हां ने सोचिया कि इकट्ठा कर लीए, सांभिया नहीं जाता, इदां संभाल नहीं हुंदी। अपना ते सुख खोज लिया, पर दसवें पिता ने जिद्दां रंग दिता सी उहनूं बदल दिता। थोड़ी जी गल भुल चले सी, ते जदों SSP को बैठे सी ना उत्थे, ते शस्त्र भी पहनिया, सारा कुछ बड़े सत्कार नाल उन्हें बिठाया सानूं। ते सानू कहन लगा, बाबा जी तुसीं बाहरों क्यों आए? अं क्या सरबत खालसा करके? अं कहीं तो कुछ प्रोग्राम भी कैंसल किए, संगत को माफ़ी भी मंगी, तो वो करके आए। साडे गुरु का सिद्धांत है। वो कहता ये तो सरबत खालसा नहीं है। सरबत खालसा तो अकाल तख्त साहब तो सद्दिया जाता। तो इनू हस के कहा कि नहीं तेनू पता नहीं है। जिदन मस्से रंगड़ ने कब्जा किया ही, तो बीकानेर के जंगलों च सरबत खालसा होया सी, उदन अकाल तख्त साहब तो सद्दिया सी किते। सानू पता ही नहीं है अपने सिद्धांतां दा, साडी मुश्किल है। सरबत खालसा होया, मता पिया कि दो सिंह जाणगे, भाई सुखा सिंह ते महताब सिंह, ते जाके उहदा सिर ला के लैके आउणगे। वो उथों चल पे, चलदे चलदे श्री दमदमा साहब पहुँचे, ते जेड़े किरती सिख सी वो भी उत्थे इकट्ठे होए। रात जेड़ा ये विचार वटांदरा होया कि भाई जी ये संगत विचार करदी है कि इकट्ठा कर दिए कि वखरा कर दिए। तो भोले भा सिखा ने पता की किया उन्होंने दोवां ने? जे तो कहते अं अरदासा सोधे गुरु गढ़ी, जे जित के आ गए फतेह तो फिर इकट्ठा कर दिओ, ना कीता। जे ना जित के आए
ਫਤਿਹ ਹੋ ਕੇ ਨਾ ਆਏ ਤੇ ਫਿਰ ਜਿਹੜਾ ਇਹ ਇਦਾਂ ਹੀ ਰਹਿਣ ਦਿਓ। ਪਰ ਸਤਿਗੁਰੂ ਨੇ ਮਹਿਮਾ ਵਰਤਾਈ ਕਿ ਉਹ ਮੱਸੇ ਰੰਗੜ ਦਾ ਸਿਰ ਲਾ ਕੇ ਲੈ ਗਏ ਤੇ ਗੁਰਸਿੱਖਾਂ ਨੇ ਪੋਥੀਆਂ ਜਿਹੜੀਆਂ ਇਕੱਠੀਆਂ ਕਰਕੇ ਉਹਨੂੰ ਦਸਮ ਗ੍ਰੰਥ ਦਾ ਨਾਮ ਦੇ ਦਿੱਤਾ। ਦਸਮ ਗ੍ਰੰਥ ਇਹਦਾ ਨਾਮ ਨਹੀਂ ਸੀ, ਵੈਸੇ ਪੋਥੀਆਂ ਸੀ, ਅਸੀਂ ਦਿੱਤਾ ਹੈ ਬਾਅਦ ਦੇ ਵਿੱਚ। ਫਿਰ ਦੂਜੀ ਕਈ ਥਾਵਾਂ ਤੇ ਗਲਤੀਆਂ ਹੋਈਆਂ ਕਿ ਕਈ ਸੰਪਰਦਾਵਾਂ ਨੇ ਬਰਾਬਰ ਤੇ ਪ੍ਰਕਾਸ਼ ਕਰਨਾ ਸ਼ੁਰੂ ਕੀਤਾ, ਬਰਾਬਰ ਤੇ ਚੌਰ ਸਾਹਿਬ ਕਰਨਾ ਸ਼ੁਰੂ ਕੀਤਾ, ਚੰਦੋਵਾ ਲਾਉਣਾ ਸ਼ੁਰੂ ਕੀਤਾ। ਗੁਰੂ ਦੀ ਜਦੋਂ ਬਰਾਬਰੀ ਕਰਨੀ ਸ਼ੁਰੂ ਹੋਈ ਨਾ ਤੇ ਕੁਝ ਵਿਦਵਾਨਾਂ ਨੇ ਇਹ ਬਾਤ ਉਠਾਈ ਕਿ ਨਹੀਂ, ਬਰਾਬਰ ਨਹੀਂ, ਉੱਦਾਂ ਸਤਿਕਾਰ ਦਿਓ, ਲਾਗੇ ਪ੍ਰਕਾਸ਼ ਕਰ ਲਓ, ਸੋਹਣਾ ਸਤਿਕਾਰ ਦਿਓ, ਪਰ ਗੁਰੂ ਦੀ ਬਰਾਬਰੀ ਨਾ ਕਰੋ। ਇਹ ਵਿਵਾਦ ਇੱਥੋਂ ਸ਼ੁਰੂ ਹੋਇਆ। ਕੋਈ ਵਿਵਾਦ ਨਹੀਂ ਸੀ, ਨਹੀਂ ਤੇ ਜੇ ਸਿਆਣੇ ਹੁੰਦੇ ਤੇ ਕਹਿੰਦੇ ਕੋਈ ਗੱਲ ਨਹੀਂ, 2 ਇੰਚ ਨੀਵਾਂ ਕਰ ਦਿੰਨੇ ਆ। ਵਾਕਈ ਠੀਕ ਗੱਲ ਹੈ, ਗੁਰੂ ਮਹਾਰਾਜ ਨੇ ਇਸ ਪਿਆਰੇ ਨੂੰ ਗੁਰਗੱਦੀ ਦਿੱਤੀ ਹੈ ਤੇ ਇਹ ਤੇ ਕੋਈ ਬਾਤ ਹੀ ਨਹੀਂ। ਪਰ ਹੰਕਾਰ ਸੀ ਨਾ, ਉਹ ਕਹਿੰਦੇ ਅਸੀਂ ਸੱਚੇ, ਉਹ ਕਹਿੰਦੇ ਅਸੀਂ ਸੱਚੇ। ਹੁਣ ਤੇ ਖਸਮਾਂ ਨੂੰ ਪੁੱਛੋ ਵਿਵਾਦ ਕੀ ਏ ਤੇ ਉਹ ਵਿਵਾਦ ਹੀ ਕੁਝ ਹੋਰ ਬਣ ਗਿਆ ਹੁਣ ਤੇ। ਪਰ ਗੁਰਸਿੱਖ ਦਾ ਕੋਈ ਵਿਵਾਦ ਨਹੀਂ ਹੈ। ਇਹ ਦਸਮ ਗ੍ਰੰਥ ਦਾ ਇਦਾਂ ਸਾਡੇ ਹੀ ਕਮੀਆਂ ਤੋਂ ਜਿਹੜਾ ਇਹ ਰੌਲਾ ਪੈਂਦਾ ਜਾਂਦਾ, ਸਾਡੀਆਂ ਕਮੀਆਂ ਤੋਂ ਧਰਮ ਦੇ ਵਿੱਚ ਵਿਵਾਦ ਪੈਦਾ ਹੁੰਦੇ, ਨਹੀਂ ਤੇ ਨਹੀਂ ਹੁੰਦੇ। ਵਾਪਸ ਆਈਏ, ਸਤਿਗੁਰੂ ਨੇ ਅਖੰਡ ਪਾਠ ਸਾਹਿਬ ਦੀ ਜਿਹੜੀ ਮਰਿਆਦਾ ਹੈ ਨਾ, ਇਹ ਵੀ ਸਾਨੂੰ ਨਹੀਂ ਦਿੱਤੀ, ਇਹ ਵੀ ਸਮਝ ਲੈਣਾ। ਜਗਿਆਸੂਆਂ ਨੂੰ ਅਖੰਡ ਪਾਠ ਸਾਹਿਬ ਦੀ ਮਰਿਆਦਾ ਨਹੀਂ ਦਿੱਤੀ, ਸਾਨੂੰ ਸਹਿਜ ਪਾਠ ਦੀ ਮਰਿਆਦਾ ਹੈ। ਜਿਵੇਂ ਸਤਿਗੁਰੂ ਜਦੋਂ ਜਾਮੇ 'ਚ ਸੀ, ਸਰੀਰਕ ਜਾਮੇ 'ਚ, ਤੇ ਗੁਰਸਿੱਖ ਘਰ ਲੈ ਜਾਂਦੇ ਹੱਥ ਜੋੜ ਕੇ, ਸਤਿਗੁਰੂ ਗ੍ਰਹਿ ਵਿਖੇ ਚੱਲੋ, ਸਾਡੇ ਨਗਰ ਚੱਲੋ। ਸਵੇਰੇ ਸ਼ਾਮ ਜਿਹੜਾ ਸੀ ਸਤਿਗੁਰੂ ਕੋ ਬਚਨ ਸੁਣਦੇ, ਦਿਨੇ ਕਦੀ ਸਤਿਗੁਰੂ ਦੇ ਨਾਲ ਖੇਡਾਂ ਕਰਦੇ, ਕਦੀ ਘੋੜ ਸਵਾਰੀ ਹੁੰਦੀ, ਕਦੀ ਜੇ ਕੋਈ ਜੰਗਲੀ ਜਾਨਵਰ ਆਦਮਖੋਰ ਹੁੰਦਾ ਉਹਦਾ ਸ਼ਿਕਾਰ ਹੁੰਦਾ, ਹੋਰ ਕਈ ਰੰਗ ਮਾਣਦੇ। ਇਹ ਥੋੜੀ ਸੀ ਕਿ ਗੁਰੂ ਮਹਾਰਾਜ ਨੂੰ ਬੇਨਤੀ ਕਰਕੇ ਆਪਣੇ ਨਗਰ ਲੈ ਜਾਂਦੇ, ਉਹਨਾਂ ਨੂੰ ਘਰ ਇੱਕ ਜਗ੍ਹਾ ਬਣਾਉਂਦੇ, ਉੱਥੇ ਤਖਤ ਬਣਾਉਂਦੇ, ਉੱਥੇ ਬਿਠਾਉਂਦੇ ਤੇ ਕਹਿੰਦੇ ਤੁਸੀਂ ਬਚਨ ਕਰੋ ਤੇ ਅਸੀਂ ਜਰਾ ਕੁ ਰਿਸ਼ਤੇਦਾਰਾਂ ਵਾਸਤੇ ਨਾ ਪਕੌੜੇ ਪਕੂੜੇ ਤਲ ਕੇ ਆਈਏ। ਇਦਾਂ ਕਰਦੇ ਸੀ, ਬਹਿ ਕੇ ਸੁਣਦੇ ਸੀ ਗੁਰੂ ਦੇ ਬਚਨ। ਸਾਡੇ ਵਾਸਤੇ ਸਹਿਜ ਪਾਠ ਦੀ ਮਰਿਆਦਾ ਹੈ। ਅਖੰਡ ਪਾਠ ਸਾਹਿਬ ਦੀ ਮਰਿਆਦਾ ਉਹਨਾਂ 48 ਨੇ ਸ਼ੁਰੂ ਕੀਤੀ ਸੀ, ਜਿਹੜੇ 10ਵੇਂ ਪਿਤਾ ਕਲਗੀਆਂ ਵਾਲੇ ਜਦੋਂ ਉੱਥੇ ਬੈਠੇ ਸੀ ਨਾ ਦਮਦਮਾ ਸਾਹਿਬ, ਤੇ ਭਾਈ ਮਨੀ ਸਿੰਘ ਨੂੰ ਕੋਲ ਬਿਠਾ ਲੈਣਾ, ਬਾਣੀ ਉਚਰਨੀ। ਇੱਕ ਹੋਰ ਰਮਜ ਦੀ ਬਾਤ ਦੱਸ ਜਾਣੇ, ਸਤਿਗੁਰੂ ਨੂੰ ਜਦੋਂ ਬਾਣੀ ਰਚਨਾ ਕਰਨੀ ਸੀ ਨਾ, ਤੇ ਸਤਿਗੁਰੂ ਨੇ ਕੁਝ ਸਿੰਘਾਂ ਨੂੰ ਧੀਰ ਮੱਲੀਆਂ ਕੋ ਭੇਜਿਆ, ਜਿਨ੍ਹਾਂ ਕੋ 5ਵੇਂ ਪਾਤਸ਼ਾਹ ਦਾ ਗ੍ਰੰਥ ਸਾਹਿਬ ਹੈ, ਆਦਿ ਗ੍ਰੰਥ ਜਿਹੜਾ ਹੈ, ਅੱਜ ਵੀ ਹੈ, ਕਰਤਾਰਪੁਰ ਸਾਹਿਬ ਅੱਜ ਵੀ ਹੈ, ਉੱਥੇ ਹੀ ਹੈ। ਬਹੁਤ ਬਿਰਧ ਹੋ ਗਿਆ ਹੁਣ ਤੇ, ਬਹੁਤ ਵੱਡਾ ਸਰੂਪ ਹੈ। ਆਪ ਜੀ ਚੋਂ ਕਿਸੇ ਨੇ ਦਰਸ਼ਨ ਕੀਤੇ ਕਿ ਨਹੀਂ ਕੀਤੇ? ਵੈਸੇ ਚਲੋ ਆਪ ਜੀ ਨੂੰ ਦਰਸ਼ਨ ਕਿੰਨੇ ਕਿੰਨੇ ਕੀਤੇ, ਹੱਥ ਖੜਾ ਕਰੋ। ਹਾਂ, ਆਦਿ ਗ੍ਰੰਥ ਜਿਹੜਾ 5ਵੇਂ ਪਿਤਾ ਨੇ ਲਿਖਵਾਇਆ ਸੀ ਭਾਈ ਗੁਰਦਾਸ ਜੀ ਕੋਲੋਂ, ਉਹਦੇ ਦਰਸ਼ਨ ਕਰਤਾਰਪੁਰ ਸਾਹਿਬ ਕਿੰਨੇ ਕਿੰਨੇ ਕੀਤੇ ਭਲਾ? ਫਿਲਮਾਂ ਤੇ ਵੇਖ ਹੀ ਲੈਂਦੇ ਹੋ, ਸੈਰ ਸਪਾਟਿਆਂ ਤੇ ਵੀ ਚਲੇ ਜਾਂਦੇ ਹੋ, ਪਰ ਕਦੀ ਯਾਦ ਵੀ ਨਹੀਂ ਆਉਂਦੀ ਕਰਦੇ ਕੀ ਹੋ। ਸਾਨੂੰ ਤੇ ਇਹ ਨਹੀਂ ਸਮਝ ਆਉਂਦੀ। ਸੂਟਾਂ ਵਾਲੀਆਂ ਦੁਕਾਨਾਂ ਤੇ ਆ ਮੇਰੀਆਂ ਭੈਣਾਂ ਖੱਪ ਜਾਂਦੀਆਂ ਨੇ, ਤੁਸੀਂ ਚਾਹ ਵਾਲੀਆਂ ਦੁਕਾਨਾਂ ਤੇ ਜੋ ਨਿੰਦਿਆ ਕਰ ਕੁਰ ਕੇ ਖੱਪ ਜਾਂਦੇ ਹੋ। ਕਦੀ ਹਿਰਦੇ 'ਚ ਤੜਫ ਨਹੀਂ ਉੱਠਦੀ ਕਿ ਮੈਂ ਦੇਖ ਕੇ ਤੇ ਆਵਾਂ, ਦਰਸ਼ਨ ਤੇ ਕਰਾਂ, ਮੇਰੇ ਪਿਆਰੇ ਨੇ। ਕਦੀ ਕਦੀ ਜੀ ਕਰਦਾ ਅਸੀਂ ਜਾ ਕੇ ਨਾ ਪਿੰਡ ਬਈਏ, ਖੇਤੀ ਖੂਤੀ ਕਰੀਏ, ਗਾਇਆ ਕਰੀਏ, ਕੋਈ ਇੱਕ ਜਿਹੜਾ ਆਵੇਗਾ ਨਾ ਉਹਦੇ ਨਾਲ ਗੁਰੂ ਦੀ ਬਾਤ ਕਰਾਂਗੇ। ਕਾਹਨੂੰ ਆਪ ਜੀਆਂ ਨਾਲ ਖਪਦੇ ਰਹਿੰਦੇ? ਕੁਝ ਨਾ ਕੁਝ ਭਾਈ ਧਾਰਨ ਕਰੋ, ਤੜਫ ਰੱਖੋ। ਆਹ ਕੀ ਬਾਤ ਹੋਈ ਕਿ ਤੜਫ ਵੀ ਨਾ ਅੰਦਰ ਉੱਠੇ। ਹੁਣ ਇੰਡੀਆ ਜਾਓਗੇ ਤੇ ਜਾ ਕੇ ਦੇਖਿਓ, ਵੈਸੇ ਤੇ ਬਹੁਤ ਬਿਰਧ ਹੋ ਗਿਆ, ਹੁਣ ਦਰਸ਼ਨ ਜ਼ਿਆਦਾ ਨਹੀਂ ਕਰਾਉਂਦੇ। ਇੱਕ ਸਿੰਘ ਪ੍ਰਕਾਸ਼ ਨਹੀਂ ਕਰ ਸਕਦਾ, ਵੱਡਾ ਸਰੂਪ ਹੈ। ਪੱਤਰੇ ਤੇ ਸਤਿਗੁਰੂ ਦੇ ਜਿਹੜੇ ਅੰਗ ਸੀ ਉਹ ਬਹੁਤ ਬਿਰਧ ਭੁਰਨੇ ਸ਼ੁਰੂ ਹੋ ਗਏ। ਪਿੱਛੇ ਜੇ ਅਸੀਂ ਜ਼ੋਰ ਜ਼ਾਰ ਲਾਉਣ ਦੀ ਕੋਸ਼ਿਸ਼ ਕੀਤੀ, ਅਜੇ ਵੀ ਕਰ ਰਹੇ ਹਾਂ, ਕਿ ਕਿਤੇ ਕੋਈ ਸੋਹਣੇ ਵਿਦਵਾਨ ਮਿਲ ਜਾਣ ਜਾਂ ਸੋਹਣੇ ਜਿਹੜੇ ਇਸ ਮਹਿਕਮੇ ਨਾਲ ਸੰਬੰਧਿਤ ਹੋਣ, ਉਹ ਮਿਲ ਜਾਣ ਤੇ ਸਤਿਗੁਰੂ ਦੇ ਸਰੂਪ ਦੀਆਂ
ਸੌਫਟ ਕਾਪੀਆਂ ਬਣਾ ਲਈਏ। ਅੱਜ ਜਦੋਂ ਇੱਦਾਂ ਤੁਹਾਨੂੰ ਝਿੜਕ ਦਿੰਦੇ ਨਾ ਉਦੋਂ ਗੁੱਸਾ ਨਾ ਕਰਿਆ ਕਰੋ। ਸਾਡੀ ਇੱਕ ਆਦਤ ਬਣ ਗਈ ਏ ਕਿ ਅਸੀਂ ਥੋੜ੍ਹੇ ਜਿਹੇ ਥੱਥੇ ਹਾਂ। ਥੱਥਾ ਹੁੰਦਾ ਨਾ, ਉਹ ਇੱਕ ਥੱਥਾ ਟੀਚਰ ਸੀ ਅਤੇ ਉਹ ਪੜ੍ਹਾਉਣ ਲੱਗ ਪਿਆ ਬੱਚਿਆਂ ਨੂੰ, ਅਤੇ ਉਹਨਾਂ ਨੂੰ ਕਹਿੰਦੇ ਪੁੱਤ ਕਹੋ ਘੋੜਾ, ਅਤੇ ਉਹ ਸਾਰੇ ਕਹਿਣਾ ਤੇ ਘੋੜਾ ਸੀ, ਘੋੜਾ ਸਿਖਾਉਂਦਾ ਸੀ ਪਰ ਆਪ ਘੋਇਆ ਕਹਿੰਦਾ ਸੀ। ਅਤੇ ਉਹ ਮਗਰ ਬੱਚੇ ਵੀ ਸਾਰੇ ਕਹਿੰਦੇ ਘੋਇਆ, ਉਹ ਕਹਿੰਦਾ ਨਹੀਂ ਨਹੀਂ ਘੋਇਆ ਨਹੀਂ ਘੋਇਆ, ਉਹ ਵੀ ਕਹਿਣ ਘੋਇਆ। ਉਹ ਕਹੇ ਮੈਂ ਭਾਵੇਂ ਘੋਇਆ ਕਵਾਂ, ਤੁਸੀਂ ਘੋਇਆ ਹੀ ਕਹਿਣਾ ਹੈ। ਸਾਡੀ ਹਾਲ ਇਹ ਕਿ ਜਦੋਂ ਸਾਨੂੰ ਦਿਖੇਗਾ ਕਿ ਤੁਸੀਂ ਗੁਰੂ ਦੀ ਇਹ ਖਿੱਚ ਕਿਉਂ ਨਹੀਂ ਹੈ, ਤੇ ਬਦੋ ਬਦੀ ਆਪ ਜੀ ਨਾਲ ਜਿਹੜਾ ਇਹ ਰੁਸਨ ਨੂੰ ਜੀ ਕਰੂਗਾ ਕਿ ਯਾਰ ਗੁਰੂ ਨਾਲ ਪ੍ਰੇਮ ਕਿਉਂ ਨਹੀਂ ਕਰਦੇ ਤੁਸੀਂ। ਇਹ ਤੜਫ ਨਾ ਹੋਈ ਨਾ, ਜੇ ਨਾ ਸਤਿਗੁਰੂ ਨੇ ਬਖਸ਼ੀ ਹੁੰਦੀ ਤੇ ਅਸੀਂ ਆਪ ਜੀ ਦੀ ਸੇਵਾ 'ਚ ਉਤਰ ਹੀ ਨਹੀਂ ਸੀ ਸਕਦੇ, ਆਪ ਜੀ ਦੀ ਸੇਵਾ ਹੀ ਨਹੀਂ ਸੀ ਕਰ ਸਕਦੇ। ਇਹ ਤੜਫ ਹੀ ਹੈ ਜਿਹੜੀ ਆਪ ਜੀ ਦੇ ਮਗਰ ਮਗਰ ਆਪ ਜੀ ਨੂੰ ਤਰਲੇ ਕਰਦੇ ਫਿਰਦੇ। ਸਤਿਗੁਰੂ ਦਾ ਉਹ ਰੰਗ ਮਾਣਿਆ ਕਰੋ। ਉਹ ਸਰੂਪ ਸਤਿਗੁਰੂ ਨੇ ਲੈਣ ਭੇਜਿਆ ਸਿੰਘਾਂ ਨੂੰ ਕਿ ਜਾਓ ਉਹਨਾਂ ਨੂੰ ਕਹੋ ਲੈ ਕੇ ਆਓ। ਉਹ ਗਾੜੀਆਂ ਕਹਿੰਦੇ ਜੇ ਏਡਾ ਡਾਢਾ ਗੁਰੂ ਏ ਸਮਰੱਥ ਏ ਤੇ ਆਪੇ ਲਿਖ ਲੈ, ਮੰਗਦਾ ਕਿਉਂ ਫਿਰਦਾ। ਤੇ ਪਿਆਰੇ ਪ੍ਰੀਤਮ ਨੇ, ਕਲਗੀਆਂ ਵਾਲੇ ਨੇ ਚੌਂਕੜਾ ਮਾਰਿਆ, ਲਾਗੇ ਭਾਈ ਮਨੀ ਸਿੰਘ ਨੂੰ ਬਿਠਾਇਆ ਤੇ ਅੱਖਾਂ ਬੰਦ ਕੀਤੀਆਂ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਵਾ ਦਿੱਤੀ। ਇਹ ਆਪ ਜੀ ਦਾ ਕਲਗੀਆਂ ਵਾਲਾ। ਆਪ ਜੀ ਦੇ ਪੰਜਵੇਂ ਪਿਤਾ ਨੇ ਜਿਹੜਾ ਸਰੂਪ ਲਿਖਵਾਇਆ ਨਾ, ਉਹਦੇ 'ਚ ਕੁਝ ਖਾਲੀ ਅੰਗ ਨੇ। ਤੇ ਗੁਰਸਿੱਖਾਂ ਨੂੰ, ਸਾਧੂਆਂ ਨੂੰ ਪੁੱਛੋ ਇਹ ਖਾਲੀ ਕਿਉਂ ਨੇ? ਕਹਿੰਦੇ ਕਿਉਂਕਿ 10ਵੇਂ ਨੇ ਨਾਵੇਂ ਦੀ ਬਾਣੀ ਲਿਖਣੀ ਸੀ ਤਾਂ ਖਾਲੀ ਨੇ। ਪਰ ਆਪਣੇ ਪਿਆਰੇ ਦੇ ਰੰਗਾਂ ਨੂੰ, ਚੋਜਾਂ ਨੂੰ ਮਾਣਿਆ ਤੇ ਕਰੋ। ਉਸ ਡਾਢੇ ਪ੍ਰੀਤਮ ਨੇ ਮਾਂ ਦੀ ਲਾਸ਼ ਪਈ ਏ ਬੁਰਜ ਦੇ ਵਿੱਚ। ਸਮਝੋ ਬਾਤ ਨੂੰ। ਘਰ ਮਾਂ ਆਪ ਜੀ ਦੀ ਕੱਲੀ ਹੋਵੇ ਨਾ ਤੇ ਤੁਸੀਂ ਜਿਹੜਾ ਏ ਉਹ ਛੇਤੀ ਨਾਲ ਦੌੜਦੇ ਹੋ ਕਿ ਮਾਂ ਕੱਲੀ। ਮਾਂ ਕੋ ਰਜਾਈਆਂ ਨੇ, ਖਾਣ ਨੂੰ ਰਾਸ਼ਨ ਹੈ, ਸਭ ਕੁਝ ਏ, ਦੌੜਦੇ ਹੋ ਘਰ ਮਾਂ ਕੱਲੀ। ਮਾਂ ਠੰਡੇ ਬੁਰਜ 'ਚ ਸ਼ਹੀਦ ਹੋਈ ਏ। ਲਾਸ਼ ਜਿਹੜੀ ਏ, ਦੇਹ ਜਿਹੜੀ ਏ ਪਾਵਨ, ਉਹ ਉੱਥੇ ਪਈ ਏ। ਬੱਚੇ ਛੋਟੇ ਨੀਹਾਂ 'ਚ ਚੁਣੇ ਨੇ, ਉਹਨਾਂ ਦੀ ਪਾਵਨ ਦੇਹ ਉੱਥੇ। ਸੰਸਕਾਰ ਕਰਨ ਦਾ ਹੁਕਮ ਨਹੀਂ ਏ। ਕੁਝ ਪਿਆਰੇ ਸਿੰਘ ਪੁੱਤਰਾਂ ਤੋਂ ਵੀ ਤੇ 2 ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਨੇ, ਉਹਨਾਂ ਦਾ ਵੀ ਸੰਸਕਾਰ ਕਰਨ ਦੀ ਖੇਡ ਨਹੀਂ ਹੈ ਕੋਈ। ਤੇ ਆਪ ਜੀ ਦਾ ਪਿਤਾ ਜਿਹੜਾ ਏ ਉਹਨਾਂ ਦਾ ਸੰਸਕਾਰ ਕਰਨ ਨਹੀਂ ਤੁਰਿਆ, ਮਾਂ ਨੂੰ ਛਡਾਉਣ ਨਹੀਂ ਗਿਆ, ਮਾਂ ਦੇ ਅੰਤਮ ਸੰਸਕਾਰ ਤੱਕ ਨਹੀਂ ਉਹਨੇ ਕੀਤੇ। ਜਿਹੜਾ ਉਹਦਾ ਫਰਜ਼ ਸੀ ਪੁੱਤ ਹੋਣ ਦਾ ਉਹ ਵੀ ਨਹੀਂ ਉਹਨੇ ਪੂਰਾ ਕੀਤਾ। ਕਿੱਧਰ ਨੂੰ ਚੜ੍ਹਾਈ ਕੀਤੀ ਏ? ਸ਼੍ਰੀ ਹਜੂਰ ਸਾਹਿਬ ਵੱਲ ਨੂੰ, ਕਿ ਤਾਂ ਕਿ ਦਮਦਮਾ ਸਾਹਿਬ ਸਤਿਗੁਰੂ ਦੀ ਇਹ ਰੰਗ ਤਿਆਰ ਕਰਨਾ ਤੇ ਆਪ ਜੀ ਨੂੰ ਇਸ ਬਾਣੀ ਦੇ ਲੜ ਲਾ ਕੇ ਜਾਣਾ। ਆਪ ਜੀ ਨੂੰ ਬਾਣੀ ਦੇ ਲੜ ਲਾਉਣ ਕਰਕੇ ਉਹਨੇ ਆਪਣੇ ਪੁੱਤਰਾਂ ਦੀ ਪਰਵਾਹ ਨਹੀਂ ਕੀਤੀ, ਮਾਂ ਦੀ ਪਰਵਾਹ ਨਹੀਂ ਕੀਤੀ, ਪਤਨੀ ਦੀ ਪਰਵਾਹ ਨਹੀਂ ਕੀਤੀ, ਸੰਸਕਾਰ ਤੱਕ ਨਹੀਂ ਕੀਤੇ। ਤੇ ਜੇ ਗੁਰੂ ਦਿਆ ਸਿੱਖਾ ਤੂੰ ਅੱਜ ਵੀ ਨਾ ਇਸ ਬਾਣੀ ਦਾ ਸਤਿਕਾਰ ਕਰੇ ਤੇ ਫਿਰ ਤੇਰੇ ਤੋਂ ਵੱਡਾ ਪਾਪੀ ਕੋਈ ਨਹੀਂ। ਕਦੀ ਤੇ ਸੋਚਿਆ ਕਰੋ, ਵਾਲ ਕਟਾਉਣ ਬਹਿੰਦੇ ਹੋ ਤੇ ਸੋਚਿਆ ਕਰੋ ਉਹਦੀ ਬਾਤ ਨੂੰ। ਜਦੋਂ ਇਹ ਨਸ਼ਾ ਕਰਨ ਬਹਿੰਦੇ ਹੋ ਉਦੋਂ ਸੋਚਿਆ ਕਰੋ ਇਹਦੀ ਬਾਤ ਨੂੰ। ਇਸ ਪ੍ਰੀਤਮ ਤੋਂ ਬਲਹਾਰੇ ਜਾਇਆ ਕਰੋ, ਬਲਹਾਰੇ ਜਾਇਆ ਕਰੋ। ਵਾਪਸ ਆਈਏ। ਹੈ ਕਿੱਥੇ ਸੀ ਅਸੀਂ? ਖੰਡ ਪਾਠ ਸਾਹਿਬ ਦੇ। ਜਦੋਂ ਪ੍ਰੀਤਮ ਉੱਥੇ ਸਤਿਗੁਰੂ ਦੀ ਬਾਣੀ ਗਾਉਂਦੇ ਸੀ, ਭਾਈ ਮਨੀ ਸਿੰਘ ਲਿਖਦੇ ਸੀ ਨਾ, ਤੇ ਫਿਰ ਸਤਿਗੁਰੂ ਵਿਆਖਿਆ ਕਰਦੇ ਸੀ ਤੇ 48 ਸਿੰਘ ਜਿਹੜੇ ਉਹ ਸੁਣਦੇ ਸੀ, ਜਿਨ੍ਹਾਂ ਚੋਂ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਬੜੇ ਬੜੇ ਉੱਚੇ ਸਿੰਘ। ਤੇ ਸੁਣਦਿਆਂ ਸੁਣਦਿਆਂ ਸਾਰੇ ਬਦੇ ਮੁਕਤ ਹੋ ਗਏ। ਬਦੇ ਮੁਕਤ ਪਤਾ ਕੀ ਹੁੰਦਾ? ਜਿਹੜੇ ਸਰੀਰ ਸਮੇਤ ਹੀ ਦਰਗਾਹ ਨੂੰ ਚਲੇ ਜਾਂਦੇ ਉਹਨਾਂ ਨੂੰ ਕਹਿੰਦੇ ਬਦੇ ਮੁਕਤੀ ਹੋ ਗਈ। ਹੁਣ ਆਪ ਜੀ ਦੇ ਵਿਦਵਾਨ ਕਹਿਣਗੇ ਕਿੱਦਾਂ ਹੁੰਦਾ? ਤੇ 1900 ਬਹੁਤੀ ਪੁਰਾਣੀ ਨਹੀਂ, 1980 ਦੇ ਲਾਗੇ ਦੀ ਗੱਲ ਏ। ਯੂਪੀ 'ਚ ਇੱਕ ਸਿੰਘ ਨੇ ਇਦਾਂ ਕੀਤਾ, ਗੁਰਸਿੱਖ ਸੀ, ਬਦੇ ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਹੋਇਆ। ਸਮਾਂ ਆ ਗਿਆ, ਗੁਰਸਿੱਖਾਂ ਨੂੰ ਕਹਿਣ ਲੱਗਾ
कि गुरु घर की सेवा करते सी, गुरु पिता दे वजीर सी, ते कहन लगे भी मैं हुण चलिया, तुसीं प्रबंध कर लियो गुरु पिता की सेवा वास्ते। वो सारे रो पए, प्रेम बड़ा करते सी कि भी बाबा जी तुसीं कित्थे जाना, साडे को कोई कमी होई ते तां दसो, किसी चीज़ की लोड़ ते सानू दसो, तुसीं जाओ ना। ते हस के कहन लगे नहीं भोलिओ, मेरा समा आ गया, मैं चले जाना। पहलां ते शांति छा गई, उदासी छा गई, ते फिर वो गुरसिख जिहड़े ना उन्होंने पूछया कि बाबा जी कोई प्रबंध करिए संस्कार दा, किद्दां करना, कोई समागम दा की करिए। ते कहन लगे नहीं लोड़ नहीं, अपना आत्म देह संस्कार जिहड़ा है मैं आपे कर लेना, किसी चीज़ की लोड़ नहीं, ना लकड़ां दी ना किसी होर चीज़ की। समा गया है हो ते चलाकी असीं वरतन लगे एक हुण तुहाडे नाल, तुसीं लेट आउंदे जे ना, हुण कल जिहड़ा लेट आऊगा उन्होंने आ साखी हो जानी जे मिस, कल चेता करा दिओ, इत्थों ही शुरू करांगे। ते कल साडा आखिरी समागम भी है, आओ सतगुरु नूं कूक करिए, हे प्यारे दया करी मेरा करी। वाहे गुरु वाहे गुरु वाहे गुरु हे चोजी प्रीतम जीओ, हे मेरे कलगियां वाले साहेब पिता जीओ, आप जी ने बेअंत दातां बख्शियां, आप जी दा कोट कोट धन्नवाद। हे सतगुरु, आप जी ने सानू सबना नू स्रोत बख्शी, तेरियां रंगां नू सुन सके, तू बोल बख्शे, तेरी महिमा नू गा सके, तेरे तो बलहारे सतगुरु दया करी, सानू सबना नू अपने सच्चे सिख बना लई सतगुरु, अपने चरनां दी अथा 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 प्रीत बख्शी सतगुरु दया करी, बेअंत भुल्लां बख्श लैणियां। आओ गज के बुलाइए फतेह। वाहे गुरु जी का खालसा, गुरु जी की